ਹਾਲੇਲੂਇਆ, ਥੈਂਕ ਯੂ ਜੀਸਸ। ਧੰਨਵਾਦ ਪਰਮੇਸ਼ਵਰ, ਤੇਰੇ ਨਾਮ ਨੂੰ ਉੱਚਾ ਚੁੱਕਦੇ ਹਾਂ। ਤੇਰਾ ਨਾਮ ਮਹਾਨ ਹੈ, ਤੇਰਾ ਨਾਮ ਆਦਰ ਦੇ ਯੋਗ ਹੈ। ਇੱਕ ਵਾਰ ਫਿਰ ਤੇਰੇ ਨਾਮ ਦੀ ਮਹਿਮਾ ਕਰਦੇ ਹਾਂ ਪਰਮੇਸ਼ਵਰ। ਸੱਚਮੁੱਚ ਤੋਂ ਭਲਾ ਹੋਰ ਧਰਮੀ ਹੈ। ਹੋਰ ਪਰਮੇਸ਼ਵਰ ਸਾਡੇ ਯੁੱਧਾਂ ਨੂੰ ਲੜਨ ਵਾਲਾ ਖੁਦਾ ਹੈ ਪਰਮੇਸ਼ਵਰ। ਪਰਮੇਸ਼ਵਰ ਅੱਜ ਦੇ ਸਾਰਾ ਮੈਸੇਜ ਆਰਾਧਨਾ ਤੇਰੇ ਹੱਥਾਂ 'ਚ ਸੌਂਪਦੇ ਹਾਂ ਪਰਮੇਸ਼ਵਰ। ਜਿਹੜੇ ਵੀ ਲੋਕ ਸੁਣ ਰਹੇ ਨੇ ਪਰਮੇਸ਼ਵਰ, ਉਹ ਸਭ ਲੋਕ ਇਸ ਤੋਂ ਆਸ਼ੀਸ਼ਿਤ ਹੋਣ ਪ੍ਰਭੂ। ਹੁਣ ਇਹਦੇ ਪਰਮੇਸ਼ਵਰ ਤੇਰੀ ਹਜ਼ੂਰੀ ਨੂੰ ਇਸ ਵੇਲੇ ਆਮੰਤਰਿਤ ਕਰਦੇ ਹਾਂ, ਤਾਂ ਕਿ ਸੱਚਮੁੱਚ ਤੂੰ ਸਾਡੇ ਜੀਵਨਾਂ 'ਚ ਹੋ ਕੇ ਪਰਮੇਸ਼ਵਰ ਆਪਣੇ ਕੰਮ ਨੂੰ ਕਰੇ ਪਰਮੇਸ਼ਵਰ। ਹੋਰ ਹਰੇਕ ਦੇ ਬੰਧਨ ਨਾਲ ਟੁੱਟ ਜਾਣ ਯਿਸੂ ਦੇ ਨਾਮ 'ਚ, ਆਮੇਨ। ਜੰਗ ਜਿਨ੍ਹਾਂ ਦੀ ਲੜਦਾ ਯਹੋਵਾ, ਜੰਗ ਜਿਨ੍ਹਾਂ ਦੀ ਲੜਦਾ ਯਹੋਵਾ, ਉਹ ਜੰਗ ਕਦੇ ਨਹੀਂ ਹਾਰਦੇ, ਉਹ ਜੰਗ ਕਦੇ ਨਹੀਂ ਹਾਰਦੇ। ਜਿਨ੍ਹਾਂ ਦਿਲਾਂ ਵਿੱਚ ਵਸਦਾ ਯਹੋਵਾ, ਜਿਨ੍ਹਾਂ ਦਿਲਾਂ ਵਿੱਚ ਵਸਦਾ ਯਹੋਵਾ, ਉਹ ਜੰਗ ਕਦੇ ਨਹੀਂ ਹਾਰਦੇ, ਉਹ ਜੰਗ ਕਦੇ ਨਹੀਂ ਹਾਰਦੇ। ਯਹੋਵਾ ਦੇ ਦੀਵਾਨਿਆਂ ਨੂੰ ਕੌਣ ਲਲਕਾਰੇਗਾ, ਕਰੇਗਾ ਜੋ ਜੁਰਤ ਉਹ ਮੌਤ ਨੂੰ ਪੁਕਾਰੇਗਾ। ਯਹੋਵਾ ਦੇ ਦੀਵਾਨਿਆਂ ਨੂੰ ਕੌਣ ਲਲਕਾਰੇਗਾ, ਕਰੇਗਾ ਜੋ ਜੁਰਤ ਉਹ ਮੌਤ ਨੂੰ ਪੁਕਾਰੇਗਾ। ਜ਼ੋਰ ਜਿਨ੍ਹਾਂ ਦਾ ਬਣਦਾ ਯਹੋਵਾ, ਜ਼ੋਰ ਜਿਨ੍ਹਾਂ ਦਾ ਬਣਦਾ ਯਹੋਵਾ, ਉਹ ਜੰਗ ਕਦੇ ਨਹੀਂ ਹਾਰਦੇ, ਉਹ ਜੰਗ ਕਦੇ ਨਹੀਂ ਹਾਰਦੇ। ਜਿਨ੍ਹਾਂ ਅੱਗੇ ਅੱਗੇ ਚੱਲਦਾ ਯਹੋਵਾ, ਜਿਨ੍ਹਾਂ ਦਿਲਾਂ ਵਿੱਚ ਵਸਦਾ ਯਹੋਵਾ, ਜ਼ੋਰ ਜਿਨ੍ਹਾਂ ਦਾ ਬਣਦਾ ਯਹੋਵਾ, ਹੱਥ ਜਿਨ੍ਹਾਂ ਦਾ ਫੜਦਾ ਯਹੋਵਾ, ਮਦਦ ਜਿਨ੍ਹਾਂ ਲਈ ਕੱਲਦਾ ਯਹੋਵਾ, ਉਹ ਜੰਗ ਕਦੇ ਨਹੀਂ ਹਾਰਦੇ। ਟੇਕ ਦ ਵਿਕਟਰੀ ਚਰਚ। ਉਹ ਜੰਗ ਕਦੇ ਨਹੀਂ ਹਾਰਦੇ, ਉਹ ਜੰਗ ਕਦੇ ਨਹੀਂ ਹਾਰਦੇ, ਉਹ ਜੰਗ कदे नहीं हारते। सच में खुदा, जिनका जोर आप बनते, जिनके लिए मदद आप भेजते हैं प्रभु, वो कभी भी जंग को हारते नहीं प्रभु, क्योंकि आपने तो पहले ही क्रूज पर इस जंग को जीत लिया है और हम जय के स्थान से लड़ रहे हैं खुदा। हाँ परमेश्वर, सचमुच तो इस जंग ਨੂੰ जीत लिया है परमेश्वर, और ਅਸੀਂ ਤਾਂ ਇੱਕ ਜੈ ਦੇ ਹੀ ਸਥਾਨ ਤੋਂ ਲੜ ਰਹੇ ਹਾਂ ਖੁਦਾਵੰਦ ਯਿਸੂ ਮਸੀਹ। ਪ੍ਰਾਰਥਨਾ ਕਰਦੇ ਹਾਂ ਸਮੇਂ ਪਰਮੇਸ਼ਵਰ, ਜਿਹੜੇ ਵੀ ਲੋਕ ਸਟਰਗਲ ਕਰ ਰਹੇ ਪਰਮੇਸ਼ਵਰ, ਅਲੱਗ-ਅਲੱਗ ਚੀਜ਼ਾਂ ਦੀ ਸਮੱਸਿਆ 'ਚ ਫਸੇ ਹੈ ਪਰਮੇਸ਼ਵਰ, ਅੱਜ ਉਹਨਾਂ ਨੂੰ ਬਾਹਰ ਕੱਢ ਲੈ ਪ੍ਰਭੂ। ਜਿਹੜੇ ਲੋਕ ਪਰਮੇਸ਼ਵਰ ਆਪਣੇ ਯੁੱਧਾਂ ਨੂੰ ਆਪਣੇ ਹੱਥ 'ਚ ਲੈ ਕੇ ਬੈਠੇ ਖੁਦਾਵੰਦ, ਅੱਜ ਆਪਣੇ ਯੁੱਧਾਂ ਨੂੰ ਤੇਰੇ ਹੱਥਾਂ 'ਚ ਸੌਂਪ ਸਕਣ ਪ੍ਰਭੂ, ਕਿਉਂਕਿ ਤੇਰਾ ਵਚਨ ਕਹਿੰਦਾ ਹੈ ਕਿ ਤੂੰ ਸਾਡੇ ਯੁੱਧਾਂ ਨੂੰ ਲੜੇਂਗਾ ਪਰਮੇਸ਼ਵਰ। ਹੋ ਹਾਲੇਲੂਇਆ, ਰਾਸਾਂਦਾ ਥਾਰਨਾ ਸ਼ਿਥੁਰਨਾ ਰਬਾ, ਓ ਯਿਸੂ ਨਾਮਾ 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 ਨਾਮਾ। हाँ परमेश्वर, तू अपने लोगों के सारे युद्धां नूं लड़ परमेश्वर, तू लड़ परमेश्वर। हालेलुया, हाँ परमेश्वर, क्योंकि प्रभु यीशु मसीह संग्राम तो तेरा ही हो है प्रभु, सारा कुछ परमेश्वर लोग आप ही तेरे हत्थां 'च सौंपण परमेश्वर, और तेरे वड्डे कम्मां नूं देख सकन खुदावंद। एक बार फिर प्रभु अपनी महिमा परमेश्वर साडे सारियां दे जीवनां 'चों लै प्रभु, यीशु मसीह दे नाम 'च, आमेन। ਜੈ ਮਸੀਹ ਦੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਇਸ ਚੈਨਲ 'ਤੇ। ਅਤੇ ਕਾਫੀ ਸਮੇਂ ਬਾਅਦ ਅੱਜ ਮੈਂ ਵੀਡੀਓ ਰਿਕਾਰਡ ਕਰ ਪਾ ਰਹੀ ਹਾਂ, ਕਿਉਂਕਿ ਮੈਂ ਬਹੁਤ ਜ਼ਿਆਦਾ ਹਿੰਡਰੈਂਸਿਸ, ਰੁਕਾਵਟਾਂ ਦਾ ਸਾਹਮਣਾ ਕੀਤਾ। ਹੋਰ ਫਿਰ ਕੱਲ੍ਹ ਆਖਿਰ ਕਰਕੇ ਮੈਨੂੰ ਬੜੀ ਬੇਚੈਨੀ ਹੋਈ, ਤਾਂ ਮੈਂ ਗਰੁੱਪ ਨੂੰ ਪ੍ਰੇਅਰ ਰਿਕੁਐਸਟ ਦਿੱਤੀ, ਹੋਰ ਆਪਾਂ ਮਿਲ ਕੇ ਸਭ ਲੋਕ ਪ੍ਰੇਅਰ ਕਰ ਰਹੇ ਸੀਗੇ। ਹੋਰ ਅੱਜ ਮੈਂ ਵਾਪਿਸ ਕੁਛ ਰਿਕਾਰਡਿੰਗਸ ਕਰ ਪਾਈ, ਪਰਮੇਸ਼ਵਰ ਦਾ ਧੰਨਵਾਦ ਹੋਏ। ਹੋਰ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਅੱਛੇ ਹੋ। ਔਰ ਅੱਜ ਦਾ ਜਿਹੜਾ ਵਚਨ ਹੈ ਉਹ ਹੈਗਾ 2 ਕੁਰਿੰਥੀਓ 10 ਦਾ 4 ਹੋਰ 5। ਆਪਾਂ ਦੇਖਾਂਗੇ ਕਿ ਜਿਹੜੇ ਸਾਡੇ ਯੁੱਧ ਦੇ ਹਥਿਆਰ ਹੈ ਉਹ ਸਰੀਰਿਕ ਨਹੀਂ ਹੈ, ਕਿਉਂਕਿ ਕਈ ਵਾਰ ਅਸੀਂ ਕੀ ਕਰਦੇ ਹਾਂ, ਅਸੀਂ ਸਭ ਕੁਝ ਆਪਣੀ ਤਾਕਤ ਨਾਲ ਕਰਨ ਦੀ, ਔਰ ਆਪਣੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਇਸ ਵਚਨ ਨੂੰ ਪੜ੍ਹਾਂਗੇ ਅਤੇ ਉਸ ਤੋਂ ਬਾਅਦ ਇਸ ਦੇ ਅਨੁਵਾਦ ਵਿੱਚ ਜਾਵਾਂਗੇ। ਹੋਲੀ ਸਪਿਰਿਟ ਆਫ ਗੋਡ। ਇਸ ਲਈ ਜੋ ਸਾਡੇ
युद्ध दे शस्त्र शारीरिक नहीं सगों परमेश्वर दे भाणे कलियां कलियां दे ਢਾ ਦੇਣ ਲਈ ਡਾਢੇ ਤਗੜੇ ਹਨ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ। ਆਮੈਨ। ਇਸ 'ਚ ਸਾਫ਼ ਲਿਖਿਆ ਪਿਆ ਕਿ ਜਿਹੜੇ ਸਾਡੇ ਯੁੱਧ ਦੇ ਹਥਿਆਰ ਹੈ ਉਹ शारीरिक नहीं है। साढ़े नाल की हुंदा है ਜਦੋਂ ਵੀ ਕੋਈ परिस्थिति ਸਾਡੀ ਬਣਦੀ ਹੈ ਜਾਂ ਕੋਈ ਬੜੀ ਵੱਡੀ ਮੁਸੀਬਤ ਆ ਖੜੀ ਹੁੰਦੀ ਹੈ ਜਾਂ ਛੋਟੀਆਂ ਮੋਟੀਆਂ ਗੱਲਾਂ ਵੀ ਹੋ ਜਾਂਦੀਆਂ, ਅਸੀਂ ਸਾਰਾ ਯੁੱਧ ਆਪਣੇ ਹੱਥਾਂ 'ਚ ਲੈ ਲੈਂਦੇ ਹਾਂ ਕਿ ਮੈਨੂੰ ਇਹਦੇ ਨਾਲ ਇੱਦਾਂ ਬਦਲਾ ਲੈਣਾ ਹੈ, ਮੈਨੂੰ ਫਲਾਣੇ ਨੇ ਇੱਦਾਂ ਕਿਹਾ, ਮੈਂ ਹੁਣ ਉਹਨੂੰ ਉੱਦਾਂ ਕਹਾਂਗੀ, ਮੈਂ ਇਹਦੇ ਨਾਲ ਬਦਲਾ ਲਊਂਗੀ, ਮੈਂ ਜਵਾਬ ਦੇਵਾਂਗੀ, ਮੈਂ ਲੜੂੰਗੀ, ਉਹਨੇ ਮੈਨੂੰ ਗਾਲੀ ਦਿੱਤੀ ਮੈਂ ਦਊਂਗੀ। ਇਹ ਸਭ ਸਾਡੇ ਦਿਮਾਗ 'ਚ ਘੁੰਮਣ ਲੱਗਦਾ ਕਿ ਇਹ ਮੇਰੇ ਨਾਲ ਬਾਰ-ਬਾਰ ਹੋਇਆ ਹੁੰਦਾ ਹੈ, ਮੈਂ ਫਿਰ ਮੁੜ ਕੇ ਮੈਂ ਵੀ ਇੱਦਾਂ ਹੀ ਕਰਨਾ ਚਾਹੁੰਦੀ ਹਾਂ ਅਤੇ ਮੈਂ ਸਾਰੇ ਯੁੱਧਾਂ ਨੂੰ ਲੜਨਾ ਚਾਹੁੰਦੀ ਹਾਂ। ਤਾਂ ਉਹ ਸਾਰੀਆਂ ਗੱਲਾਂ ਸਾਡੇ ਦਿਮਾਗ 'ਚ ਕਿੱਥੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਸ਼ੈਤਾਨ ਦੇਖਦਾ ਕਿ ਇਸ ਟਾਈਮ ਇਹ ਵੂੰਡਡ ਹੈ, ਮਤਲਬ ਕਿ ਇਹਨੂੰ ਆਲਰੇਡੀ ਇਹਨੂੰ ਪਹਿਲੇ ਹੀ ਚੋਟ ਪਹੁੰਚੀ ਹੈ, ਇਹ ਅੱਛਾ ਸਮੇਂ ਹੈ ਇਹਨੂੰ ਕੈਪਚਰ ਕਰਨ ਦਾ, ਇੱਕ ਅੱਛਾ ਸਮੇਂ ਹੈ ਇਹਨੂੰ ਆਪਣੇ ਵਸ਼ 'ਚ ਕਰਨ ਦਾ। ਤਾਂ ਸ਼ੈਤਾਨ ਉਸੇ ਟਾਈਮ ਸਾਡੇ ਦਿਮਾਗ 'ਚ ਬੜੀਆਂ ਸਾਰੀਆਂ ਗੱਲਾਂ ਲਿਆਉਣੀਆਂ ਸ਼ੁਰੂ ਕਰ ਦਿੰਦਾ ਅਤੇ ਨਰਕ ਦੀਆਂ ਆਵਾਜ਼ਾਂ ਸਾਡੇ ਜੀਵਨ 'ਚ ਕਲੀਅਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਲੇਕਿਨ ਬਾਈਬਲ ਕਹਿੰਦੀ ਹੈ ਡੂ ਨਾਟ ਹੀਅਰ ਦ ਵੋਇਸ ਆਫ ਅ ਸਟ੍ਰੇਂਜਰ। ਉਸ ਆਵਾਜ਼ ਨੂੰ ਨਾ ਸੁਣੋ ਜੋ ਕਿ ਪਰਮੇਸ਼ਵਰ ਦੀ ਨਹੀਂ ਹੈ, ਤੁਹਾਡੇ ਚਰਵਾਹੇ ਦੀ ਨਹੀਂ ਹੈ, ਉਸਨੂੰ ਨਾ ਆਪਾਂ ਸੁਣੀਏ, ਹੈ ਨਾ। ਕਿਉਂਕਿ ਪਰਮੇਸ਼ਵਰ ਦੀ ਜਿਹੜੀ ਆਵਾਜ਼ ਹੈ ਉਹ ਸਾਡੇ ਜੀਵਨ 'ਚ ਸ਼ਾਂਤੀ, ਆਨੰਦ ਔਰ ਪ੍ਰੇਮ ਨੂੰ ਔਰ ਉਸ ਦੇ ਢੰਗ ਨੂੰ ਲੈ ਕੇ ਆਉਂਦੀ ਹੈ। ਤਾਂ ਇਹ ਵਚਨ ਕਹਿੰਦਾ ਕਿ ਸਾਡੇ ਜਿਹੜੇ ਸ਼ਾਸਤਰ ਨੇ ਉਹ ਸ਼ਾਰੀਰਿਕ ਨਹੀਂ ਹੈ, ਸਾਨੂੰ ਸ਼ਾਰੀਰਿਕ ਢੰਗ ਨਾਲ ਨਹੀਂ ਲੜਨਾ ਕਲੀਸਿਆ। ਪਰਮੇਸ਼ਵਰ ਅੱਜ ਸਾਰਿਆਂ ਨੂੰ ਇੱਕ ਵਾਰ ਫਿਰ ਇਸ ਗੱਲ ਦੀ ਚੇਤਾਵਨੀ ਦੇਣਾ ਚਾਹੁੰਦਾ ਹੈ, ਸਾਨੂੰ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦਾ ਹੈ ਕਿ ਹਾਲਾ ਬਾਸੰਦ ਹੈ ਥੈਰਾਨਾਮਾ, ਕਿ ਤੁਹਾਡੇ ਯੁੱਧ ਸ਼ਾਰੀਰਿਕ ਨਹੀਂ ਹੈ ਲੇਕਿਨ ਸਾਮਰਥੀ ਹੈ ਪ੍ਰਭੂ 'ਚ ਸਾਰੇ ਗੜ੍ਹਾਂ ਨੂੰ ਢਾਉਣ ਲਈ, ਹੈ ਨਾ। ਅਤੇ ਜਦ ਸਾਡੇ ਕੋਲ ਸ਼ਸਤਰ ਹੈ, ਕਿਹੜੇ ਸ਼ਸਤਰ ਹੈ ਨਾ, ਇਫੀਸੀਅਨਸ 6 ਦਾ 10 to 18 ਅਗਰ ਆਪਾਂ ਇਫੀਸੀਓਂ ਦੀ ਪੱਤਰੀ 6 ਦਾ 10 ਤੋਂ 18 ਤੱਕ ਪੜ੍ਹੀਏ ਤਾਂ ਉੱਥੇ ਸਾਨੂੰ ਯੁੱਧ ਦੇ ਹਥਿਆਰ ਦਿੱਤੇ ਹੋਏ ਆ। ਤਾਂ ਸਾਨੂੰ ਇਸ ਪ੍ਰਕਾਰ ਨਾਲ ਯੁੱਧ ਲੜਨਾ। ਉਸ ਤੋਂ ਵੀ ਉੱਪਰ ਕਈ ਵਾਰੀ ਸਾਨੂੰ ਪਰਮੇਸ਼ਵਰ ਕਹੇਗਾ ਤੂੰ ਉਪਵਾਸ 'ਚ ਚੱਲ ਜਾ ਜਾਂ ਤੂੰ ਸ਼ਾਂਤ ਰਹਿ ਜਾ ਜਾਂ ਬਸ ਤੂੰ ਆਰਾਧਨਾ ਕਰ, ਹੈ ਨਾ। ਅਤੇ ਉਹ ਸਾਡੇ ਲਈ ਇੱਕ ਹਥਿਆਰ ਦਾ ਕੰਮ ਕਰਦੇ ਆ ਕਿਉਂਕਿ ਸ਼ੈਤਾਨ ਚਾਹੁੰਦਾ ਕਿ ਇਸ ਟਾਈਮ ਇਹਨੂੰ ਬਹੁਤ ਜ਼ਿਆਦਾ ਚੋਟ ਪਹੁੰਚੀ ਹੈ, ਇਹ ਬੌਖਲਾਇਆ ਹੋਇਆ ਹੈ, ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪਰੇਸ਼ਾਨ ਕਰ ਦਿਓ ਅਤੇ ਇਹ ਉੱਦਾਂ ਕਰਨ ਲੱਗ ਜਾਊਗਾ ਜਿੱਦਾਂ ਮੈਂ ਚਾਹੁੰਦਾ। ਹਵਾ ਹਾਸਨ ਦਾ ਹਾਸ਼ਾ ਨਾ ਸ਼ਿਖਣਾ। The word of the Lord says that do not fret for it only leads to evil. ਤੁਸੀਂ ਬੇਚੈਨ ਨਾ ਹੋ ਔਰ ਕੁਛ ਆਪਣੀ ਤਾਕਤ 'ਚ ਕਰਨ ਨਾ ਕੋਸ਼ਿਸ਼ ਨਾ ਕਰੋ ਕਿਉਂਕਿ ਉਹ ਤੁਹਾਡੇ ਲਈ ਹੋਰ ਜ਼ਿਆਦਾ ਮੁਸੀਬਤਾਂ ਨੂੰ ਵਧਾ ਦੇਗਾ। ਲੇਕਿਨ ਆਪਾਂ ਕੀ ਕਰਨਾ, ਆਪਾਂ ਪਰਮੇਸ਼ਵਰ ਦੇ ਹੱਥਾਂ 'ਚ ਯੁੱਧ ਨੂੰ ਦੇ ਕੇ ਔਰ ਆਪ ਰਿਲੀਜ਼ ਹੋ ਜਾਣਾ, ਹੈ ਨਾ। ਆਪਣੇ ਐਨਮੀ ਨੂੰ, ਆਪਣੇ ਸ਼ਤਰੂ ਨੂੰ ਜਿਹਨੇ ਤੁਹਾਨੂੰ ਚੋਟ ਪਹੁੰਚਾਈ ਆ, ਤੁਹਾਡੇ ਦਿਮਾਗ 'ਚ ਕਈ ਤਰ੍ਹਾਂ ਦੀ ਗੱਲਾਂ ਆਈਆਂ, ਉਹਨਾਂ ਗੱਲਾਂ ਨੂੰ ਪਰਮੇਸ਼ਵਰ ਦੇ ਚਰਨਾਂ 'ਚ ਰੱਖ ਦਿਓ। ਜੇ ਤੁਹਾਡੇ ਦਿਮਾਗ 'ਚ ਕਈ ਗੱਲਾਂ ਚੱਲ ਰਹੀਆਂ ਜਾਂ ਫਿਰ ਕਿਸੇ ਨੇ ਤੁਹਾਨੂੰ ਚੋਟ ਪਹੁੰਚਾਈ ਹੈ, ਉਹਨੂੰ क्षमा ਕਰਕੇ ਬਲੈਸ ਕਰ ਦਿਓ ਤਾਂ ਕਿ ਤੁਸੀਂ ਉਸ ਚੀਜ਼ 'ਚੋਂ ਰਿਲੀਜ਼ ਹੋ ਪਾਓ। ਜਦ ਤੁਸੀਂ ਰਿਲੀਜ਼ ਹੋ ਜਾਓਗੇ, ਜਦ ਤੁਸੀਂ ਆਰਾਧਨਾ 'ਚ ਚੱਲ ਜਾਓਗੇ, ਜਦੋਂ ਪਰਮੇਸ਼ਵਰ ਦੀ ਕਾਊਂਸਲ ਉਸ ਗੱਲ ਬਾਰੇ, ਪਰਮੇਸ਼ਵਰ ਦੀ ਨਸੀਹਤ, ਉਸਦੀ ਕਾਊਂਸਲ ਲੈ ਲਓਗੇ ਕਿਉਂਕਿ ਉਹੀ ਸਾਡਾ ਕਾਊਂਸਲਰ ਹੈ। ਜਦੋਂ ਆਪਾਂ ਲੈ ਲਾਂਗੇ ਅਸੀਂ ਉਸ ਚੀਜ਼ ਤੋਂ ਆਜ਼ਾਦ ਹੋ ਜਾਵਾਂਗੇ। ਕੁਛ 2-3 ਹਫ਼ਤੇ ਤੋਂ ਮੈਂ ਇੱਕ ਅਲੱਗ ਹੀ ਯੁੱਧ ਦਾ ਸਾਹਮਣਾ ਕਰ ਰਹੀ ਸੀ। ਇੱਕ ਯੁੱਧ ਖਤਮ ਹੋ ਰਿਹਾ ਸੀ, ਦੂਜਾ ਜਾ ਰਿਹਾ ਸੀਗਾ ਔਰ ਮੈਂ ਕਾਫੀ ਜ਼ਿਆਦਾ ਸਟਰਗਲ 'ਚ ਜਾ ਰਹੀ ਸੀ। ਜਿੱਦਾਂ ਲੱਗਦਾ ਸੀ ਮੈਂ ਮਰ ਜਾਵਾਂ ਜਾਂ ਮੈਂ ਫਿਰ ਮਿਨਿਸਟਰੀ ਕੁਇਟ ਕਰਦਾ ਜਾਂ ਫਿਰ ਬਸ ਮੇਰੇ ਤੋਂ ਹੁਣ ਨਹੀਂ ਹੋਏਗਾ, ਮੈਨੂੰ ਬਹੁਤ ਜ਼ਿਆਦਾ ਰੈਸਟ ਚਾਹੀਦਾ, ਮੇਰੇ ਮਾਈਂਡ ਨੂੰ, ਮੇਰੀ ਬਾਡੀ ਨੂੰ, ਕਾਫੀ ਕੁਛ ਮੇਰੇ ਦਿਮਾਗ 'ਚ ਚੱਲਦਾ ਪਿਆ ਸੀ। ਲੇਕਿਨ ਪਰਮੇਸ਼ਵਰ ਸੱਚਮੁੱਚ ਸਾਮਰਥੀ ਹੈ। ਹਾਲੇਲੂਇਆ। ਮੈਂ ਪ੍ਰਭੂ ਦੇ ਚਰਨਾਂ 'ਚ ਘੰਟੇ ਬੈਠੀ ਰਹੀ, ਮੈਂ ਚੁੱਪ ਸ਼ਾਂਤ ਬੈਠੀ ਰਹੀ, ਮੈਂ ਸੁਣਦੀ ਰਹੀ, ਮੈਂ ਕੋਸ਼ਿਸ਼ ਕਰਦੀ ਰਹੀ। ਕਾਫੀ ਲੋਕ, ਸਾਡੀ ਟੀਮ ਸਾਡੇ ਨਾਲ ਪ੍ਰਾਰਥਨਾ ਕਰਦੀ ਰਹੀ। ਪਰਮੇਸ਼ਵਰ ਦਾ ਧੰਨਵਾਦ ਕਿ ਪਰਮੇਸ਼ਵਰ ਨੇ ਮੈਨੂੰ ਬਾਹਰ ਕੱਢਿਆ ਹੋਰ ਇਸ ਵਚਨ ਦੇ ਨਾਲ, ਹੋਰ ਇਸ ਨਵੇਂ ਮੈਸੇਜ ਦੇ ਨਾਲ, ਹੋਰ ਇਸ ਹਰ 2 Corinthians 10 ਦਾ 4-5 ਮੇਰੇ ਜੀਵਨ 'ਚ ਪੂਰੀ ਰੀਤ ਦੇ ਨਾਲ ਉਤਾਰ ਕੇ ਪਰਮੇਸ਼ਵਰ ਨੇ ਮੈਨੂੰ ਬਾਹਰ ਕੱਢਿਆ। ਹਾਲੇਲੂਇਆ। ਕਿਉਂਕਿ ਕਈ ਵਾਰ ਕੀ ਹੁੰਦਾ, ਆਪਾਂ ਵਚਨ ਤਾਂ ਪੜ੍ਹਦੇ ਰਹਿੰਦੇ ਹਾਂ ਜਾਂ ਸੁਣ ਲੈਂਦੇ ਹਾਂ ਦੂਜੇ ਪ੍ਰਚਾਰਕਾਂ ਨੂੰ ਪ੍ਰੀਚ ਕਰਦੇ ਹੋਏ, ਉਹਨਾਂ ਨੂੰ ਪ੍ਰਚਾਰ ਕਰਦੇ ਹੋਏ ਸੁਣਦੇ ਰਹਿੰਦੇ ਹਾਂ। ਹੋਰ ਅੱਛਾ ਜਿਹਾ ਲੱਗਦਾ ਸੁਣ ਕੇ ਕਿ ਹਾਂ ਆਪਾਂ ਯੁੱਧ ਨਹੀਂ ਲੜਾਂਗੇ, ਹੈ ਨਾ, ਗੋਡ ਦੇ ਹੱਥਾਂ 'ਚ ਦੇ ਦਾਂਗੇ, ਪ੍ਰਭੂ ਦੇ ਹੱਥਾਂ 'ਚ ਦੇ ਦਾਂਗੇ। ਕਹਿਣਾ ਹੋਰ ਸੁਣਨਾ ਬਹੁਤ ਸੌਖਾ ਕੰਮ ਆ ਲੇਕਿਨ ਐਟ ਦ ਸੇਮ ਟਾਈਮ ਆਰਾ ਬਹਾਸੇ ਦਾ ਲੇਕਿਨ
ਸੱਚਮੁੱਚ ਉਹਨੂੰ ਪ੍ਰੈਕਟੀਕਲੀ ਆਪਣੇ ਜੀਵਨ 'ਚ ਉਤਾਰਨਾ ਕਈ ਵਾਰੀ ਸਾਡੇ ਲਈ ਹੀ ਟਫ ਹੋ ਜਾਂਦਾ, ਭਾਵੇਂ ਅਸੀਂ ਸੇਵਾ 'ਚ ਹੋਈਏ, ਭਾਵੇਂ ਅਸੀਂ ਅੱਛੇ ਵਿਸ਼ਵਾਸੀ ਹੋਈਏ, ਹੈ ਨਾ, ਸਾਡੇ ਲਈ ਕਈ ਵਾਰ ਬਹੁਤ ਮੁਸ਼ਕਿਲ ਹੋ ਜਾਂਦਾ। ਉੱਥੇ ਹੀ ਪਰਮੇਸ਼ਵਰ ਸਾਨੂੰ ਉਸ ਪੂਰਾ ਲੈਸਨ ਨੂੰ ਅੱਛੇ ਨਾਲ ਦੇ ਕੇ ਫਿਰ ਬਾਹਰ ਕੱਢਦਾ ਕਿ ਦੇਖ ਮੈਂ ਕਰ ਸਕਦਾ, ਮੈਂ ਕਰਾਂਗਾ, ਅੱਜ ਤੱਕ ਮੈਂ ਤੈਨੂੰ ਜੈ ਦਿੱਤੀ ਹੈ, ਮੈਂ ਕੱਢਦਾ ਆਇਆ, ਮੈਂ ਤੈਨੂੰ ਕੱਢਾਂਗਾ। ਹਾਲੇਲੂਇਆ। ਕਿਉਂਕਿ ਸਾਨੂੰ ਵੇਟ ਕਰਨੀ ਕਿ ਪ੍ਰਭੂ ਸਾਨੂੰ ਉਸ ਪਰਿਸਥਿਤੀ 'ਚੋਂ ਡਿਲੀਵਰ ਕਰੇ, ਪਰਮੇਸ਼ਵਰ ਸਾਨੂੰ ਕੱਢੇ ਬਾਹਰ। ਹਾਲੇਲੂਇਆ। ਅਤੇ ਪਰਮੇਸ਼ਵਰ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਜੇ ਤੁਹਾਡੇ ਜੀਵਨਾਂ 'ਚ ਇੱਦਾਂ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹੈ, ਅਤੇ ਡੈਨੀਅਲ ਦੇ ਜੀਵਨ ਨੂੰ ਯਾਦ ਕਰੋ, ਸ਼ਦਰਕ ਮਸ਼ਕ ਅਬੇਦਨਗੋ ਦੇ ਜੀਵਨ ਨੂੰ ਯਾਦ ਕਰੋ, ਯਸ਼ੂ ਦੇ ਜੀਵਨ ਨੂੰ ਯਾਦ ਕਰੋ, ਔਰ ਯੁੱਧ ਤੁਸੀਂ ਆਪੇ ਹੀ ਜੀਤਣਾ ਸ਼ੁਰੂ ਕਰ ਦੋਗੇ। ਕਿਉਂਕਿ 3-4 ਦਿਨ ਪਹਿਲੇ ਦੀ ਗੱਲ ਹੈ, ਪ੍ਰਭੂ ਨੇ ਮੈਨੂੰ ਯਸ਼ੂ ਬਾਰੇ ਪੜ੍ਹਾਉਣਾ ਸ਼ੁਰੂ ਕੀਤਾ ਕਿ ਕਿੰਨਾ ਕੁਛ ਯਸ਼ੂ ਮਸੀਹ ਨੇ ਸਿਹਾ, ਲੋਕਾਂ ਨੇ ਖਿੱਲੀ ਉਡਾਈ, ਮਜ਼ਾਕ ਉਡਾਈ, ਉਹਦੇ ਸਿਰ 'ਤੇ ਤਾਜ ਪਹਿਨਾਇਆ, ਹੈ ਨਾ। ਲੁੱਕ ਐਟ ਦਿਸ, ਯੂ ਨੋ ਦੇ ਮੌਕਡ ਐਟ ਹਿਮ ਐਂਡ ਦੇ ਸੈਡ ਲੁੱਕ ਐਟ ਹਿਮ ਦ ਕਿੰਗ ਆਫ ਜਿਊਜ਼। ਉਸ ਦੀ ਮਜ਼ਾਕ ਉਡਾ ਕੇ ਕਹਿੰਦੇ ਦੇਖੋ ਇਹ ਤਾਂ ਯਹੂਦੀਆਂ ਦਾ ਰਾਜਾ ਆ। ਇਸ ਤਰ੍ਹਾਂ ਦਾ ਕੁਛ ਚੀਜ਼ਾਂ ਰੱਬ ਹਾਸਨ ਦੇ ਧੇਰਾਂ ਵਾਲੀਆਂ ਰੱਬ ਲੋਕਾਂ ਨੇ ਕੀਤੀਆਂ ਉਹਦੇ ਨਾਲ। ਉਹਨੂੰ ਉਹ ਪਰਮੇਸ਼ਰ ਹੋ ਕੇ ਉਹਨੂੰ ਬਿਲਕੁਲ ਸ਼ਿਰਨੇ ਕਰ ਦਿੱਤਾ। ਅਤੇ ਕਿਉਂ ਕਰ ਅਸੀਂ ਹੋਰ ਤੁਸੀਂ ਕਈ ਵਾਰੀ ਕੁਝ ਗੱਲਾਂ ਨੂੰ ਸਹਿ ਨਹੀਂ ਪਾਉਂਦੇ, ਕਿਉਂਕਿ ਰਾਬਾ ਸਾਂਦਾ ਰੇਖਾ ਰਾਲਾ ਬਾ ਸਿੰਦਾ ਰਾਖਾ ਰਾਲਾ ਸ਼ਿੱਖੇ ਤਾਰਾ ਨਾਮਾ। ਜੇ ਸਾਡੇ ਪਰਮੇਸ਼ਰ ਨੇ ਇੰਨੀ ਤਾੜਨਾ, ਇੰਨੀ ਸਫਰਿੰਗ ਸਹੀ, ਤਾਂ ਜ਼ਰੂਰ ਤੁਸੀਂ ਹੋਰ ਮੈਂ ਵੀ ਸਹਿ ਸਕਦੇ ਹਾਂ। ਲੇਕਿਨ ਹਾਂ, ਪਰਮੇਸ਼ਰ ਤੁਹਾਨੂੰ ਦੱਸੇਗਾ ਕਿਹੜੀ ਪਰਿਸਥਿਤੀ 'ਚ ਕੀ ਕਰਨਾ ਹੈ, ਕਿੱਦਾਂ ਕਰਨਾ ਹੈ, ਕਿੱਦਾਂ ਉਸ ਪਰਿਸਥਿਤੀਆਂ ਦੇ ਉੱਪਰ ਆਉਣਾ, ਕਿੱਦਾਂ ਪਰਮੇਸ਼ਰ ਨੇ ਤੁਹਾਨੂੰ ਸਰ ਬਣਾਇਆ, ਪੂਛ ਨਹੀਂ। ਅਸੀਂ ਨਮਰ ਹੋ ਕੇ ਪਿਆਰ ਨਾਲ, ਸ਼ਾਂਤੀ ਨਾਲ ਵੀ ਯੁੱਧਾਂ ਨੂੰ ਜੀਤ ਸਕਦੇ ਹਾਂ। ਜਿੱਥੇ ਸਾਨੂੰ ਕਹਿਣ ਦੀ ਲੋੜ ਹੋਏ, ਪ੍ਰਭੂ ਖੁਦ ਸਾਡੀ ਅਗਵਾਈ ਕਰੇਗਾ। ਜਿੱਥੇ ਸਾਨੂੰ ਥੋੜ੍ਹਾ ਜਿਹਾ ਬਾਊਂਡਰੀ ਬਣਾਉਣ ਦੀ ਲੋੜ ਹੋਏ, ਆਪਾਂ ਬਾਊਂਡਰੀ ਬਣਾ ਲਈਏ, ਤਾਂ ਕਿ ਤੁਸੀਂ ਬਾਰ-ਬਾਰ ਉਹਨਾਂ ਚੀਜ਼ਾਂ ਤੋਂ ਡਿਸਟਰਬ ਨਾ ਹੋ, ਜਿਹਦੇ ਕਰਕੇ ਤੁਹਾਡਾ ਪ੍ਰਾਰਥਨਾ ਦਾ ਜੀਵਨ, ਜਾਂ ਫਿਰ ਤੁਹਾਡਾ ਹਾਰਾ ਬਾਸਨ ਦੇ ਰਿਖਾ ਰਲਾਵਾ, ਜਾਂ ਫਿਰ ਤੁਹਾਡਾ ਮਿਨਿਸਟਰੀ ਇੰਟਰਪਟ ਹੁੰਦੀ ਹੈ। ਤਾਂ ਅੱਜ ਆਈਏ ਆਪਾਂ ਸਾਰੇ ਯੁੱਧਾਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਹਾਂ। ਪਰਮੇਸ਼ਰ, ਮੈਂ ਸਾਰੇ ਲੋਕਾਂ ਨੂੰ ਜਿਹੜੇ ਸਮੇਂ ਇਸ ਚੈਨਲ 'ਤੇ ਆਏ ਆ, ਪਰਮੇਸ਼ਰ ਤੇਰੇ ਹੱਥਾਂ 'ਚ ਸੌਂਪ ਦਿੰਦੇ ਆ। ਸਾਰੇ ਦੁਸ਼ਟੀ ਤਾਕਤਾਂ, ਅੰਧਕਾਰ ਦੀਆਂ ਸ਼ਕਤੀਆਂ ਜਿਹੜੇ ਤੇਰੇ ਲੋਕਾਂ ਨੂੰ ਸਾਰੀਆਂ ਨੇ ਗਲਤ ਕੰਮ ਕਰਨ ਲਈ, ਸਰੀਰਿਕ ਤਰੀਕੇ ਨਾਲ ਯੁੱਧਾਂ ਨੂੰ ਜੀਤਣ ਲਈ, ਅੱਜ ਯਿਸੂ ਦੇ ਨਾਮ 'ਚ ਡਾਂਟਦੇ ਔਰ ਦੂਰ ਕਰਦੇ ਉਹਨਾਂ ਦੇ ਜੀਵਨਾਂ 'ਚੋਂ। ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਦੇ ਹਰੇਕ ਲੋਕ ਘੁੱਟਨੇ ਟੇਕ ਕੇ ਤੇਰੇ ਕੋਲ ਆ ਜਾਣ ਪਰਮੇਸ਼ਵਰ, ਤੇਰੀ ਆਵਾਜ਼ ਨੂੰ ਸੁਣਨ ਪਰਮੇਸ਼ਵਰ। ਜਿਸ ਤਰ੍ਹਾਂ ਤੂੰ ਮੈਨੂੰ ਇਨ ਦਿਨਾਂ 'ਚ ਅਲੱਗ ਹੀ ਤਰੀਕੇ ਨਾਲ ਕਦੀ ਜਗਾ ਕੇ ਰਾਤੀ, ਕਦੇ ਅੰਨ੍ਹੇ ਭਾਸ਼ਾ, ਕਦੀ ਸ਼ਾਂਤੀ, ਕਦੀ ਘੁੱਟਨਿਆਂ 'ਤੇ ਲਿਆ ਕੇ, ਕਦੀ ਸ਼ਾਂਤ ਬਸ ਰੱਖ ਕੇ ਕੁਝ ਗੱਲਾਂ ਮੇਰੇ ਮਨ 'ਚ ਪਾਣੀਆਂ ਸ਼ੁਰੂ ਕੀਤੀਆਂ। ਪਰਮੇਸ਼ਵਰ ਤੂੰ ਵੀ ਪਰਮੇਸ਼ਵਰ ਇਨ ਦਿਨਾਂ ਨੂੰ ਆਪਣੇ ਲੋਕਾਂ ਨੂੰ ਯੁੱਧ 'ਚ ਉਤਾਰ ਪਰਮੇਸ਼ਵਰ। ਚਾਹੇ ਉਹ ਸ਼ਾਂਤੀ ਉਹਨਾਂ ਦਾ ਵੈਪਨ ਹੋਏ, ਚਾਹੇ ਉਪਵਾਸ ਪ੍ਰਾਰਥਨਾ ਹੋਏ, ਚਾਹੇ ਆਰਾਧਨਾ ਹੋਏ, ਚਾਹੇ ਵਚਨ ਦੀ ਤਲਵਾਰ ਹੋਏ। ਪ੍ਰਭੂ ਯਿਸੂ ਮਸੀਹ ਇਹਨਾਂ ਨੂੰ ਇਕਵਿਪ ਕਰ ਖੁਦਾਵੰ, ਇਹਨਾਂ ਨੂੰ ਤਿਆਰ ਕਰ ਪਰਮੇਸ਼ਵਰ। ਔਰ ਤੇਰਾ ਅਭਿਸ਼ੇਕ ਇਸ ਸਮੇਂ ਸਾਰੇ ਲੋਕਾਂ ਦੇ ਜੀਵਨਾਂ 'ਚ ਜੂਏ ਨੂੰ ਤੋੜੇ, ਜੋ ਪਰਮੇਸ਼ਵਰ ਲੋਕਾਂ ਦੇ ਜੀਵਨਾਂ 'ਚ ਪਰਮੇਸ਼ਵਰ ਆਤਮਿਕ ਯੁੱਧ ਨੂੰ ਹੋਣ ਨਹੀਂ ਦਿੰਦਾ ਪਰਮੇਸ਼ਵਰ। ਹੋਰ ਸਰੀਰਿਕ ਤਰੀਕੇ ਨਾਲ ਪ੍ਰਭੂ ਜੋ ਵੀ ਦੁਸ਼ਟ ਦੀਆਂ ਤਾਕਤਾਂ ਤੇਰੇ ਲੋਕਾਂ ਨੂੰ ਉਕਸਾਉਂਦੀਆਂ ਨਹੀਂ, ਯਿਸੂ ਦੇ ਨਾਮ 'ਚ ਉਹਨਾਂ ਦੇ ਸਾਰੇ ਗੜ੍ਹਾਂ ਨੂੰ ਢਾਹ ਦਿੰਦੀਆਂ। ਔਰ ਪਰਮੇਸ਼ਰ ਪ੍ਰਾਰਥਨਾ ਕਰਦੀ ਖੁਦਾਵੰਦ ਲੋਕ ਉੱਠਣ ਔਰ ਫਿਰ ਤੇਰੇ ਕੰਮ ਨੂੰ ਕਰਨ, ਕਿਉਂਕਿ ਤੇਰਾ ਵਚਨ ਕਹਿੰਦਾ ਪਰਮੇਸ਼ਰ ਧਰਮੀ ਜਨਤਾ 7 ਵਾਰ ਗਿਰਦਾ ਹੈ ਲੇਕਿਨ ਉੱਠਦਾ ਹੈ। ਹੁਣ ਦੇ ਪਰਮੇਸ਼ਰ ਆਪਣੇ ਲੋਕਾਂ ਨੂੰ ਚੁੱਕ ਪਰਮੇਸ਼ਰ, ਸਾਰਾ ਆਦਰ ਮਹਿਮਾ ਤੁਹਾਨੂੰ ਹੀ ਦਿੰਦੇ ਹਾਂ ਪਰਮੇਸ਼ਰ, ਯਿਸੂ ਮਸੀਹ ਦੇ ਨਾਮ 'ਚ ਆਮੈਨ। ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਦੇ। ਹੋਰ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਤੁਸੀਂ ਇਸ ਮੈਸੇਜ ਨੂੰ ਸੁਣਿਆ। ਹੋਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਜੇ ਤੁਸੀਂ ਬਲੈਸ ਹੋ ਰਹੇ ਹੋ, ਤਾਂ ਕਿ ਹੋਰ ਲੋਕ ਵੀ ਆਸ਼ੀਸ਼ਿਤ ਹੋ ਪਾਣ। ਛੋਟੇ ਛੋਟੇ ਐਰਰਸ ਨੂੰ ਓਵਰਲੁੱਕ ਕਰਕੇ ਆਉਣੇ ਵਾਲੇ ਸਮੇਂ 'ਚ ਪਰਮੇਸ਼ਰ ਮੇਰੀ ਸਹਾਇਤਾ ਕਰੇ ਕਿ ਮੈਨੂੰ ਇੰਪਰੂਵ ਕਰ ਪਾਵਾਂ। ਲੇਕਿਨ ਹਾਂ, ਤੁਸੀਂ ਜ਼ਰੂਰ ਕਰਕੇ ਜੇ ਤੁਸੀਂ ਇਸ ਤੋਂ ਕੁਝ ਪਾਇਆ ਹੈ ਤਾਂ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਵੀ ਕਰੋ। ਗੋਡ ਬਲੈਸ ਯੂ ਆਲ। ਫਿਰ ਮਿਲਾਂਗੇ ਯਿਸੂ ਦੇ ਨਾਮ 'ਚ। ਆਮੈਨ।